ਆਓ ਪੰਜਾਬੀਓ, ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰੀਏ। ਡਾਕਟਰ ਹਰਸ਼ਿੰਦਰ ਕੌਰ MD। ਪੰਜਾਬੀਆਂ ਨੂੰ ਆਪਣੀਆਂ ਅਣਜੰਮੀਆਂ ਬੱਚੀਆਂ ਨੂੰ ਇੰਨੀ ਬੇਰਹਿਮੀ ਨਾਲ ਵੱਢਦੇ ਟੋਕਦੇ ਵੇਖ ਕੇ ਮੇਰਾ ਦਿਲ ਰੋਂਦਾ ਸੀ। ਇਸੇ ਲਈ ਮੈਂ ਇਹ ਬੀੜਾ ਚੁੱਕਿਆ ਤੇ ਪਿੰਡਾਂ ਵਿੱਚ ਜਾ ਕੇ ਮਾਪਿਆਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਬੱਚੀਆਂ ਦਾ ਜਨਮ ਕਿੰਨਾ ਜ਼ਰੂਰੀ ਹੈ। ਮੈਂ ਉਹਨਾਂ ਨੂੰ ਧਾਰਮਿਕ ਪੱਖੋਂ ਵੀ ਹਲੂਣਿਆ ਤੇ ਸਮਾਜਿਕ ਪੱਖੋਂ ਵੀ। ਮੁਫਤ ਦਵਾਈਆਂ ਵੰਡਣ ਲਈ ਜਿਹੜੇ ਮੈਡੀਕਲ ਕੈਂਪ ਮੈਂ ਅਤੇ ਮੇਰੇ ਪਤੀ ਪਿੰਡਾਂ ਵਿੱਚ ਲਗਾਉਣ ਜਾਂਦੇ ਸੀ, ਉਸੇ ਨੂੰ ਹੀ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਵੰਡਣ ਦਾ ਇੱਕ ਮੌਕਾ ਬਣਾ ਲਿਆ। ਅਸੀਂ ਹਰ ਇੱਕ ਤੋਂ ਪੁੱਛਿਆ ਕਿ ਉਹ ਕੀ ਚਾਹੁੰਦੇ ਹਨ ਜਿਸ ਨਾਲ ਉਹ ਆਪਣੀਆਂ ਕੁੜੀਆਂ ਮਾਰਨ ਤੋਂ ਹਟ ਜਾਣਗੇ। ਜਿੰਨੇ ਵੀ ਸੁਝਾਅ ਉਹਨਾਂ ਨੇ ਦੱਸੇ, ਜਿਵੇਂ ਹਰ ਪਿੰਡ ਵਿੱਚ ਬੁਢੇਪਾ ਘਰ ਹੋਵੇ, ਬੁਢੇਪਾ ਪੈਨਸ਼ਨ ਜ਼ਿਆਦਾ ਹੋਵੇ ਤਾਂ ਜੋ ਬੁਢਾਪੇ ਵਿੱਚ ਕੁੜੀਆਂ ਦੇ ਦਰਾਂ ਉੱਤੇ ਰੁਲਣ ਦੀ ਲੋੜ ਨਾ ਹੋਵੇ, ਦਾਜ ਦੀ ਲਾਹਨਤ ਬੰਦ ਕੀਤੀ ਜਾਵੇ ਆਦਿ ਸਾਰੇ ਸੁਝਾਅ ਅਸੀਂ ਮੁੱਖ ਮੰਤਰੀ ਜੀ ਨੂੰ ਵੀ ਪਹੁੰਚਾਏ ਤਾਂ ਜੋ ਸਰਕਾਰ ਇਹਨਾਂ ਉੱਤੇ ਵਿਚਾਰ ਕਰ ਸਕੇ। ਪੰਜਾਬੀਆਂ ਨੂੰ ਕੁੜੀਆਂ ਮਾਰਨ ਤੋਂ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਖਰੇ ਕੌਮ ਨਾਲ ਸੰਨ 2006 ਵਿੱਚ ਮੈਨੂੰ ਸਨਮਾਨਿਤ ਵੀ ਕੀਤਾ। ਇਸ ਤੇ ਹੋਰ ਵੀ ਉਤਸ਼ਾਹ ਤੋਂ ਮੈਂ ਤੇ ਮੇਰੇ ਪਤੀ ਇਸ ਕੰਮ ਵਿੱਚ ਰੁੱਝ ਗਏ। ਇਸ ਲੋੜ ਨੂੰ ਪਿੰਡ ਪਿੰਡ ਕਿਸੇ ਨਾ ਕਿਸੇ ਦੇ ਦਿਲ ਅੰਦਰ ਬਾਲ ਕੇ ਇਹ ਤਸੱਲੀ ਹੋ ਜਾਂਦੀ ਸੀ ਕਿ ਕਿਸੇ ਨਾ ਕਿਸੇ ਦਿਨ ਇਹ ਚਿੰਗਾਰੀ ਬਣ ਕੇ ਜ਼ਰੂਰ ਭੜਕੇਗੀ। ਮੈਨੂੰ ਇਹ ਚੇਤੇ ਵੀ ਨਹੀਂ ਸੀ ਕਿ ਕੋਈ ਝੱਖੜ ਇਸ ਨੂੰ ਬੁਝਾਉਣ ਲਈ ਤਿਆਰ ਬੈਠਾ ਹੈ, ਜਦ ਤੱਕ ਕਿ ਮੈਨੂੰ 8-10 ਜਵਾਨੀ ਦੀ ਦਹਲੀਜ਼ ਤੇ ਪੈਰ ਧਰਨ ਵਾਲੀਆਂ ਬੱਚੀਆਂ ਦੀਆਂ ਚਿੱਠੀਆਂ ਨਹੀਂ ਮਿਲੀਆਂ। ਅੱਜ ਕੱਲ੍ਹ ਹਰ ਰੋਜ਼ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਕੁੜੀਆਂ ਦੀ ਵੱਧਦੀ ਗਿਣਤੀ ਬਾਰੇ ਪੜ੍ਹ ਸੁਣ ਰਹੇ ਹਾਂ। ਨਵੇਂ ਸ਼ਹਿਰ ਦੇ ਜ਼ਿਲ੍ਹੇ ਵਿੱਚੋਂ ਹੀ ਇੱਕ 12ਵੀਂ ਵਿੱਚ ਪੜ੍ਹਦੀ ਕੁੜੀ ਦੀ ਮੈਨੂੰ ਚਿੱਠੀ ਮਿਲੀ ਜਿਸ ਨੇ ਹੁਣ ਖੁਦਕੁਸ਼ੀ ਕਰਨ ਦੀ ਸੋਚੀ ਹੋਈ ਸੀ। ਉਸ ਦੀ ਰਾਮ ਕਹਾਣੀ ਇੰਨੀ ਦੁੱਖ ਭਰੀ ਸੀ ਕਿ ਮੈਂ ਇਹ ਲੇਖ ਲਿਖਣਾ ਜ਼ਰੂਰੀ ਸਮਝਿਆ। ਉਸ ਨੇ ਚਿੱਠੀ ਵਿੱਚ ਲਿਖਿਆ ਸੀ ਕਿ ਉਹ 3 ਭੈਣਾਂ ਤੇ ਇੱਕ ਛੋਟਾ ਭਰਾ ਬੜੀ ਤੰਗੀ ਨਾਲ ਜ਼ਿੰਦਗੀ ਕੱਟ ਰਹੇ ਹਨ। ਉਸ ਦੇ ਮਾਪੇ 3 ਕੁੜੀਆਂ ਦਾ ਖਰਚਾ ਝੱਲ ਨਹੀਂ ਸਕਦੇ ਸੀ। ਵੱਡੀ ਕੁੜੀ ਦਾ 10ਵੀਂ ਤੋਂ ਬਾਅਦ ਵਿਆਹ ਕਰ ਦਿੱਤਾ ਗਿਆ ਸੀ। ਉਸ ਦਾ ਵਿਆਹ ਕਿਸੇ ਅਨਪੜ੍ਹ ਮੁੰਡੇ ਨਾਲ ਕੀਤਾ ਗਿਆ ਸੀ ਤਾਂ ਜੋ ਦਾਜ ਤੋਂ ਬਚਿਆ ਜਾ ਸਕੇ। ਦੂਜੀ ਕੁੜੀ ਨੂੰ 8ਵੀਂ ਤੋਂ ਬਾਅਦ ਸਕੂਲੋਂ ਕੱਢ ਲਿਆ ਗਿਆ ਸੀ ਤਾਂ ਜੋ ਉਹ ਸਭ ਤੋਂ ਛੋਟੇ ਵੀਰ ਦਾ ਖਿਆਲ ਰੱਖ ਸਕੇ ਤੇ ਮਾਂ ਨਾਲ ਘਰ ਦਾ ਕੰਮ ਕਰਵਾ ਸਕੇ। ਤੀਜੀ ਕੁੜੀ ਜਾਨੀ, ਜਿਸ ਬੱਚੀ ਨੇ ਮੈਨੂੰ ਚਿੱਠੀ ਲਿਖੀ ਸੀ, ਉਸ ਨੇ ਆਪਣੇ ਬਾਰੇ ਲਿਖਿਆ ਸੀ, ਸਵੇਰ ਤੋਂ ਰਾਤ ਤੱਕ ਘੱਟੋ ਘੱਟ 20 ਵਾਰ ਮੇਰੇ ਪਾਪਾ ਮੈਨੂੰ ਲਾਹਨਤਾਂ ਪਾਉਂਦੇ ਹਨ ਕਿ ਮੈਂ ਕਿਉਂ ਜੰਮ ਪਈ। ਮੇਰੇ ਉੱਤੇ ਖਰਚਾ ਕਰਨਾ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਦੇ। ਮੇਰੀ ਜੁੱਤੀ ਬਿਲਕੁਲ ਟੁੱਟੀ ਪਈ ਹੈ ਤੇ ਮੈਂ 1 ਮਹੀਨੇ ਤੋਂ ਲੀਰਾਂ ਬੰਨ੍ਹ ਕੇ ਉਸ ਨੂੰ ਪਾ ਰਹੀ ਹਾਂ। ਜਦੋਂ ਵੀ ਮੈਂ ਨਵੀਂ ਜੁੱਤੀ ਮੰਗਾਂ ਤਾਂ ਉਹ ਕਹਿੰਦੇ ਹਨ, ਕਿਸੇ ਪਰਾਏ ਘਰ ਜਾਣ ਵਾਲੀ ਲਈ ਮੈਂ ਕਿਉਂ ਖਰਚ ਕਰਾਂ। ਮੈਂ ਤਾਂ ਪਰਾਈ ਇਮਾਨਤ ਨੂੰ ਪਾਲਣਾ ਹੀ ਨਹੀਂ ਚਾਹੁੰਦਾ। ਤੁਸੀਂ ਤਿੰਨੋਂ ਤਾਂ ਮੇਰੇ ਸਿਰ ਉੱਤੇ ਭਾਰ ਹੋ। ਮੈਂ ਅੱਗੇ ਕਾਲਜ ਵਿੱਚ ਪੜ੍ਹਨਾ ਚਾਹੁੰਦੀ ਹਾਂ ਪਰ ਫੀਸ ਨਹੀਂ ਭਰ ਸਕਦੀ। ਮੇਰੇ ਚਾਚਾ ਜੀ ਮੇਰੇ ਵੱਲ ਬੁਰੀ ਨਜ਼ਰ ਨਾਲ ਵੇਖਦੇ ਹਨ। ਮੈਂ ਆਪਣੀ ਮਾਂ ਨਾਲ ਗੱਲ ਕੀਤੀ ਤਾਂ ਉਸਨੇ ਡਰਦੇ ਡਰਦੇ ਮੇਰੇ ਪਾਪਾ ਨੂੰ ਦੱਸਿਆ। ਮੇਰੇ ਪਾਪਾ ਨੇ ਮੈਨੂੰ ਬਹੁਤ ਕੁੱਟਿਆ ਤੇ ਮੈਨੂੰ ਮਾਰਨ ਦੀ ਧਮਕੀ ਵੀ ਦਿੱਤੀ। ਹੁਣ ਮੈਨੂੰ ਰੋਜ਼ ਕਹਿੰਦੇ ਹਨ, ਖੂਹ ਵਿੱਚ ਛਾਲ ਮਾਰ ਕੇ ਮਰ ਜਾ ਤਾਂ ਕਿ ਮੇਰੇ ਸਿਰੋਂ ਬਲਾ ਟਲੇ। ਮੈਨੂੰ ਬਹੁਤ ਸਖਤ ਧਮਕੀ ਮਿਲੀ ਹੋਈ ਹੈ ਕਿ ਜੇ ਮੈਂ ਘਰੋਂ ਬਾਹਰ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਮੈਨੂੰ ਤੇਲ ਪਾ ਕੇ ਸਾੜ ਦੇਣਗੇ। ਤੁਸੀਂ ਮੇਰੇ ਪਾਪਾ ਨਾਲ ਬਿਲਕੁਲ ਗੱਲ ਨਾ ਕਰਿਓ, ਮੈਨੂੰ ਬਹੁਤ ਡਰ ਲੱਗਦਾ ਹੈ। ਮੈਂ ਹੁਣ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ ਤੇ ਮਰਨਾ ਚਾਹੁੰਦੀ ਹਾਂ। ਮੈਂ ਤੁਹਾਡੇ ਲੇਖ ਤੋਂ ਪ੍ਰਭਾਵਿਤ ਹੋ ਕੇ ਇਹ ਚਿੱਠੀ ਲਿਖੀ ਹੈ। ਮੈਨੂੰ ਕੋਈ ਰਾਹ ਦੱਸੋ। ਮੈਨੂੰ ਜਾਪਿਆ, ਇੰਨਾ ਕੋਹ ਕੇ ਮਾਰਨ ਨਾਲੋਂ ਤਾਂ ਜੰਮਣ ਤੋਂ ਪਹਿਲਾਂ ਮਾਰ ਦੇਣਾ ਹੀ ਚੰਗਾ ਸੀ। ਧੀਆਂ ਪਰਾਇਆ ਧਨ ਤਾਂ ਬਾਅਦ ਵਿੱਚ ਬਣ ਗਈਆਂ, ਪਹਿਲਾਂ ਆਪਣਾ ਖੂਨ ਤਾਂ ਸਮਝੀਆਂ ਜਾਣ। ਸਾਡਾ ਧਰਮ ਬੱਕਰਾ ਹਲਾਲ ਕਰਨਾ ਠੀਕ ਨਹੀਂ ਸਮਝਦਾ। ਉਸ ਜ਼ੁਲਮ ਵਿੱਚ ਤਾਂ ਕੁਝ ਮਿੰਟਾਂ ਦੀ ਤਕਲੀਫ ਦੀ ਗੱਲ ਹੁੰਦੀ ਹੈ। ਇੱਥੇ ਕੁੜੀਆਂ ਨੂੰ ਸਾਲਾਂ ਸਾਲ ਹਲਾਲ ਕੀਤਾ ਜਾਂਦਾ ਰਿਹਾ ਹੈ ਤੇ ਹੁਣ ਧਰਮ ਇਸ ਬਾਰੇ ਕੀ ਕਹਿਣਾ ਚਾਹੁੰਦਾ ਹੈ। ਅਵਾਰਾ ਕੁੱਤੇ ਮਾਰਨ ਉੱਤੇ ਸਾਡਾ ਦੇਸ਼ ਕਾਨੂੰਨਨ ਪਾਬੰਦੀ ਲਾ ਸਕਦਾ ਹੈ, ਭਾਵੇਂ ਉਹਨਾਂ ਦੇ ਕੱਟਣ ਨਾਲ
ਲੱਖਾਂ ਇਨਸਾਨ ਮਰ ਜਾਣ, ਪਰ ਕਰੋੜਾਂ ਕੁੜੀਆਂ ਨੂੰ ਜਿਨ੍ਹਾਂ ਨੇ ਸਿਰਫ ਮਾਪਿਆਂ ਦੀ ਸੇਵਾ ਹੀ ਕਰਨੀ ਹੁੰਦੀ ਹੈ ਨੂੰ ਬਚਾਉਣ ਵਾਸਤੇ ਕਾਨੂੰਨ ਕਿਉਂ ਫੇਲ ਹੋ ਰਿਹਾ ਹੈ। ਇੱਕ ਹੋਰ ਚਿੱਠੀ ਫਤਿਹਗੜ੍ਹ ਸਾਹਿਬ ਤੋਂ ਮਿਲੀ, ਜਿਸ ਵਿੱਚ ਬੱਚੀ ਨੇ ਪੁਰਜ਼ੋਰ ਅਪੀਲ ਕੀਤੀ ਸੀ ਕਿ ਉਸ ਬਾਰੇ ਨਾ ਤਾਂ ਉਸ ਦੇ ਮਾਪਿਆਂ ਨੂੰ ਦੱਸਿਆ ਜਾਵੇ, ਨਾ ਹੀ ਕਿਸੇ ਹੋਰ ਨੂੰ। ਉਸ ਨੇ ਮੇਰੇ ਲੇਖ ਉਹ ਕਤਲੇਆਮ ਜਿਸ ਤੇ ਕੋਈ ਹਾਹਾਕਾਰ ਨਹੀਂ ਮਚਾਉਂਦਾ ਨੂੰ ਪੜ੍ਹ ਕੇ ਮੈਨੂੰ ਚਿੱਠੀ ਲਿਖੀ ਕਿ ਤੁਸੀਂ ਗਲਤ ਕਰ ਰਹੇ ਹੋ, ਕੁੜੀਆਂ ਨੂੰ ਵਾਕਈ ਜੰਮਦੇ ਮਾਰ ਦੇਣਾ ਚਾਹੀਦਾ ਹੈ, ਕਿਉਂਕਿ ਜਿਹੜੇ ਜ਼ੁਲਮ ਉਹ ਹੁਣ ਸਹਿ ਰਹੀ ਹੈ ਉਹ ਤਾਂ ਸ਼ਾਇਦ ਕਿਸੇ ਸਜ਼ਾ ਯਾਫਤਾ ਮੁਜਰਮ ਨੂੰ ਵੀ ਨਾ ਸਹਿਣੇ ਪਏ ਹੋਣ। ਉਸ ਲਿਖਿਆ ਸੀ, ਮੈਂ ਕਿਸ ਨੂੰ ਫਰਿਆਦ ਕਰਾਂ, ਮੇਰੇ ਆਪਣੇ ਹੀ ਮਾਪੇ ਮੇਰੇ ਦੁਸ਼ਮਣ ਹਨ। ਮੈਨੂੰ ਪੜ੍ਹਨ ਦਾ ਸ਼ੌਂਕ ਹੈ, ਮੇਰਾ ਛੋਟਾ ਭਰਾ ਬਿਲਕੁਲ ਨਹੀਂ ਪੜ੍ਹਨਾ ਚਾਹੁੰਦਾ, ਉਸ ਉੱਤੇ ਤਾਂ ਮਾਪੇ ਖਰਚ ਕਰ ਰਹੇ ਹਨ ਪਰ ਮੇਰੇ ਉੱਤੇ ਨਹੀਂ ਕਰਦੇ। ਮੈਂ ਮਾਪਿਆਂ ਤੋਂ ਚੋਰੀ ਆਪਣੀਆਂ ਸਹੇਲੀਆਂ ਦੇ ਸੂਟ ਸੀ ਕੇ ਪੈਸੇ ਇਕੱਠੇ ਕੀਤੇ ਹੋਏ ਹਨ। ਮਾਪਿਆਂ ਨੂੰ ਮੈਂ ਝੂਠ ਬੋਲਿਆ ਕਿ ਕਾਲਜ ਵਿੱਚ ਮੇਰੀ ਪੜ੍ਹਾਈ ਮੁਫਤ ਹੋ ਗਈ ਹੈ ਤੇ ਫੀਸ ਮਾਫ ਕਰ ਦਿੱਤੀ ਗਈ ਹੈ। ਮੇਰੇ ਮਾਪਿਆਂ ਨੇ ਇਸ ਸ਼ਰਤ ਤੇ ਪੜ੍ਹਨ ਦੀ ਇਜਾਜ਼ਤ ਦਿੱਤੀ ਕਿ ਘਰ ਦਾ ਸਾਰਾ ਕੰਮ ਮੈਂ ਮੁਕਾ ਕੇ ਜਾਵਾਂਗੀ ਤੇ ਦੁਪਹਿਰ ਦਾ ਖਾਣਾ ਆ ਕੇ ਵਕਤ ਸਿਰ ਬਣਾਵਾਂਗੀ। ਜਦੋਂ ਮੈਂ ਕਾਲਜ ਵਿੱਚ ਦਾਖਲੇ ਵਾਸਤੇ ਪੈਸੇ ਜਮ੍ਹਾਂ ਕਰਾਉਣ ਗਈ ਤਾਂ 200 ਰੁਪਏ ਘਟ ਗਏ। ਉੱਥੋਂ ਦੇ ਚਪੜਾਸੀ ਨੇ ਮੈਨੂੰ 200 ਰੁਪਏ ਦੇਣੇ ਚਾਹੇ, ਪਰ ਬਦਲੇ ਵਿੱਚ ਮੈਨੂੰ ਸ਼ਾਮ ਨੂੰ ਆਪਣੇ ਘਰ ਸੱਦਿਆ। ਮੈਂ ਅਜਿਹੀ ਜਲਾਲਤ ਸਹਿਣ ਨਹੀਂ ਕਰ ਸਕਦੀ, ਇਸ ਲਈ ਮੈਂ ਘਰ ਵਾਪਸ ਆ ਗਈ। ਹੁਣ ਤੁਸੀਂ ਮੈਨੂੰ ਦੱਸੋ, ਮੇਰਾ ਜੀਣਾ ਕਿਸੇ ਲੇਖੇ ਹੈ? ਮੈਂ ਜੰਮਦੀ ਹੀ ਮਾਰ ਦਿੱਤੀ ਜਾਂਦੀ ਤਾਂ ਸਾਰਾ ਦਿਨ ਮਾਪਿਆਂ ਤੋਂ ਗਾਲਾਂ ਤੇ ਲਾਹਨਤਾਂ ਤਾਂ ਨਾ ਸੁਣਨੀਆਂ ਪੈਂਦੀਆਂ। ਤੁਸੀਂ ਵੀ ਆਪਣੇ ਵਿਚਾਰ ਬਦਲੋ ਤੇ ਮੇਰੇ ਵਰਗੀਆਂ ਹੋਰ ਵੀ ਬਥੇਰੀਆਂ ਕੁੜੀਆਂ ਨੂੰ ਆ ਕੇ ਆਪ ਮਿਲੋ ਜਿਹੜੀਆਂ ਮਰਨ ਨੂੰ ਤਿਆਰ ਬੈਠੀਆਂ ਹਨ। ਇੱਕ ਹੋਰ ਚਿੱਠੀ ਜਵਾਨ ਬੇਟੀ ਦੀ ਮਿਲੀ, ਜਿਸ ਨੇ ਮੈਨੂੰ ਲਾਹਨਤਾਂ ਪਾਈਆਂ ਸਨ। ਆਂਟੀ, ਕੁੜੀਆਂ ਕਿਸ ਕਰਕੇ ਨਾ ਮਰਨ? ਮੈਨੂੰ ਤਾਂ ਕਿਸੇ NRI ਦੇ ਲੜ ਲਾ ਕੇ ਮਗਰੋਂ ਲਾਉਣ ਅਤੇ ਮੈਨੂੰ ਬਹਾਨਾ ਬਣਾ ਕੇ ਮੇਰੇ ਭਰਾ ਨੂੰ ਵਿਦੇਸ਼ ਭੇਜਣ ਦਾ ਜ਼ਰੀਆ ਹੀ ਸਮਝਿਆ ਗਿਆ ਹੈ, ਹੋਰ ਕੁਝ ਨਹੀਂ। ਮੇਰੀ ਕੋਈ ਖਾਸ਼ ਪੂਰੀ ਨਹੀਂ ਹੁੰਦੀ। ਮੈਂ ਆਪਣੇ ਨਾਂ ਨਾਲ ਘੱਟ ਬੁਲਾਈ ਜਾਂਦੀ ਹਾਂ ਤੇ ਪਰਾਇਆ ਧਨ ਜ਼ਿਆਦਾ ਕਹੀ ਜਾਂਦੀ ਹਾਂ। ਇਹ ਕਿਹੋ ਜਿਹਾ ਜੀਣਾ ਹੈ? ਠੀਕ ਕਰ ਰਹੇ ਹਨ ਜਿਹੜੇ ਕੁੜੀਆਂ ਜੰਮਦੇ ਸਾਰ ਮਾਰ ਦਿੰਦੇ ਹਨ, ਘੱਟੋ ਘੱਟ ਉਹਨਾਂ ਨੂੰ ਇਹ ਨਰਕ ਤਾਂ ਨਹੀਂ ਭੋਗਣਾ ਪੈਂਦਾ। ਇੱਕ ਬੇਟੀ ਨੇ ਲਿਖਿਆ, ਮੇਰੇ ਜੰਮਣ ਤੋਂ ਬਾਅਦ ਮੇਰੇ ਮਾਪਿਆਂ ਨੇ ਮੇਰੀਆਂ 4 ਹੋਰ ਭੈਣਾਂ ਨੂੰ ਜੰਮਣ ਤੋਂ ਪਹਿਲਾਂ ਮਾਰਿਆ ਸੀ। ਉਹਨਾਂ ਤੋਂ ਬਾਅਦ ਮੇਰਾ ਇੱਕ ਵੀਰ ਜੰਮਿਆ ਜਿਹੜਾ ਹੁਣ 10 ਵਰ੍ਹਿਆਂ ਦਾ ਹੈ। ਮੈਨੂੰ ਅੱਜ ਵੀ ਮੇਰੇ ਮਾਪੇ ਕਹਿੰਦੇ ਹਨ ਕਿ ਗਲਤੀ ਕੀਤੀ ਇਹ ਕੁੜੀ ਰੱਖ ਲਈ, ਇਹਨੂੰ ਵੀ ਮਾਰ ਮਕਾਉਂਦੇ ਤਾਂ ਦਾਜ ਨਾ ਦੇਣਾ ਪੈਂਦਾ। ਇਹ ਤਾਂ ਸਿਰਫ ਖਰਚਾ ਹੀ ਖਰਚਾ ਹੈ, ਨਾ ਇਸ ਦੀ ਕਮਾਈ ਖਾ ਸਕਦੇ ਹਾਂ ਤੇ ਨਾ ਹੀ ਵਿਆਹ ਬਾਅਦ ਇਹਦੇ ਘਰ ਦਾ ਪਾਣੀ ਪੀ ਸਕਦੇ ਹਾਂ। ਮੈਂ ਤਾਂ ਜੰਮਦੇ ਹੀ ਮਾਰ ਦਿੱਤੀ ਜਾਂਦੀ ਤਾਂ ਚੰਗਾ ਸੀ, ਹੁਣ ਰੋਜ਼ ਜੀਂਦੇ ਜੀ ਮਰੀਦਾ ਹੈ। ਇੱਕ ਹੋਰ ਬੇਟੀ ਨੇ ਰੋਣਾ ਰੋਇਆ ਸੀ, ਕਾਸ਼ ਮੈਂ ਜੰਮਦੇ ਹੀ ਮਾਰ ਦਿੱਤੀ ਗਈ ਹੁੰਦੀ ਤਾਂ ਬਿਹਤਰ ਹੁੰਦਾ। ਘਰ ਵਿੱਚ ਚੌਥੀ ਕੁੜੀ ਹੋਣ ਕਾਰਨ ਮੈਨੂੰ ਤਾਂ ਸਵਾਏ ਗਾਲਾਂ ਦੇ ਕੁਝ ਨਹੀਂ ਮਿਲਿਆ। ਪ੍ਰਿੰਸ ਬੱਚੇ ਦੇ ਖੂਹ ਵਿੱਚ ਡਿੱਗਣ ਕਾਰਨ ਉਹ ਲੱਖਪਤੀ ਬਣ ਗਿਆ, ਪਰ ਜੇ ਗਲਤੀ ਨਾਲ ਮੈਂ ਡਿੱਗ ਗਈ ਹੁੰਦੀ ਤਾਂ ਮੇਰੇ ਮਾਪਿਆਂ ਨੇ ਫੱਟ ਉੱਤੋਂ ਮਿੱਟੀ ਪਾ ਕੇ ਦੱਬ ਦੇਣਾ ਸੀ। ਹੁਣ ਵੀ ਮੈਂ ਰਾਤਾਂ ਨੂੰ ਤਰਬ ਕੇ ਉੱਠਦੀ ਹਾਂ ਕਿ ਕਿਤੇ ਮੇਰੇ ਮਾਪੇ ਮੈਨੂੰ ਮਾਰ ਹੀ ਨਾ ਦੇਣ। ਮੈਂ ਘਰੋਂ ਭੱਜ ਜਾਣਾ ਚਾਹੁੰਦੀ ਹਾਂ ਜਾਂ ਜ਼ਹਿਰ ਖਾ ਕੇ ਮਰਨਾ ਚਾਹੁੰਦੀ ਹਾਂ, ਕਿਉਂਕਿ ਮੇਰੇ ਮਾਪੇ ਮੇਰਾ ਵਿਆਹ ਕਿਸੇ ਅਮੀਰ ਬੁੱਢੇ ਨਾਲ ਕਰਨ ਦੀ ਸੋਚ ਰਹੇ ਹਨ। ਉਹ ਮਾਪੇ ਵਧੀਆ ਹਨ ਜਿਹੜੇ ਆਪਣੀਆਂ ਧੀਆਂ ਨੂੰ ਅਜਿਹੀ ਜ਼ਿੰਦਗੀ ਦੇਣ ਨਾਲੋਂ ਜੰਮਦੇ ਹੀ ਮਾਰ ਦਿੰਦੇ ਹਨ। ਇਹਨਾਂ ਚਿੱਠੀਆਂ ਨੇ ਮੈਨੂੰ ਤਾਂ ਅੰਦਰ ਤੱਕ ਹਲੂਣ ਦਿੱਤਾ ਸੀ ਕਿ ਇਹ ਵਾਕਈ ਉਹ ਪੰਜਾਬ ਹੈ ਜਿਸ ਨੂੰ ਪੀਰਾਂ ਪੈਗੰਬਰਾਂ ਨੇ ਵਰਸਾਇਆ ਸੀ। ਇਤਿਹਾਸ ਗਵਾਹ ਹੈ ਕਿ ਜਦੋਂ ਲੋਕ ਜਾਗਦੇ ਹਨ ਤਾਂ ਕੌਮਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਹਨ। ਜਦੋਂ ਖੋਜ ਸਾਬਤ ਕਰੇ ਕਿ 1.25 ਕਰੋੜ ਕੁੜੀਆਂ ਜੰਮਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਤਲ ਹੋ ਚੁੱਕੀਆਂ ਹਨ ਤੇ ਹਰ ਸਾਲ 20,000 ਮਾਵਾਂ ਢਿੱਡ ਵਿਚਲੀਆਂ ਕੁੜੀਆਂ ਮਾਰਨ ਕਰਕੇ ਮਰ ਰਹੀਆਂ ਹੋਣ, ਤਾਂ ਇਹ ਦਾਅਵਾ ਗਲਤ ਨਹੀਂ ਹੋਵੇਗਾ ਕਿ ਆਉਣ ਵਾਲੇ 100 ਸਾਲਾਂ ਵਿੱਚ ਪੰਜਾਬ ਵੀ ਇੱਕ ਹੋਰ ਮਹਿੰਜੋਦੜੋ ਵਿੱਚ ਤਬਦੀਲ ਹੋ ਚੁੱਕਿਆ ਹੋਵੇਗਾ। ਇਹ ਸਭ ਜਾਣਦੇ ਹਨ ਕਿ ਇਸੇ ਹੀ ਪੰਜਾਬ ਦੀ ਹਿੱਕ ਵਿੱਚੋਂ ਨਿਕਲੇ ਵੀਰ ਮੁਲਕ ਉੱਤੇ ਅੱਖ ਚੁੱਕਣ ਵਾਲੇ ਦੀ ਅੱਖ ਕੱਢ ਆਉਂਦੇ ਹਨ, ਭਾਵੇਂ ਇਸ ਲਈ ਆਪਣੀ ਜਾਨ ਤੱਕ ਵਾਰਨੀ ਪੈ ਜਾਵੇ।
ਇਸੇ ਹੀ ਪੰਜਾਬ ਦੀ ਮਿੱਟੀ ਵਿੱਚੋਂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਵਰਗੇ ਵੀਰ ਉਪਜੇ ਸਨ। ਹੁਣ ਸਾਡੇ ਇਸ ਪੰਜਾਬ ਦੀ ਪਵਿੱਤਰ ਧਰਤੀ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ? ਅਜਿਹੇ ਹੋਰ ਪੁੱਤਰ ਨਾ ਜੰਮ ਪੈਣ, ਇਸੇ ਲਈ ਅੱਜ ਅਸੀਂ ਹੋਰ ਮਾਵਾਂ ਪੈਦਾ ਕਰਨ ਤੋਂ ਇਨਕਾਰੀ ਹੋ ਚੁੱਕੇ ਹਾਂ। ਜੰਮ ਚੁੱਕੀਆਂ ਬੇਟੀਆਂ ਨੂੰ ਵੀ ਅਸੀਂ ਨਰਕ ਤੋਂ ਬਦਤਰ ਜ਼ਿੰਦਗੀ ਜੀਣ ਤੇ ਮਜਬੂਰ ਕਰ ਰਹੇ ਹਾਂ। ਅੱਜ ਪੰਜਾਬੀ ਸਿਰਫ ਆਪਣੇ ਵੰਸ਼ ਨੂੰ ਤੋੜਨ ਬਾਰੇ ਫਿਕਰਮੰਦ ਹੋ ਗਏ ਹਨ। ਉਸ ਲਈ ਭਾਵੇਂ ਸਾਰੀ ਪੰਜਾਬੀਅਤ ਖਤਮ ਹੋ ਜਾਵੇ ਜਾਂ ਪੰਜਾਬ ਤਬਾਹ ਹੋ ਜਾਵੇ। ਕਿੱਧਰ ਤੁਰ ਗਏ ਨੇ ਹੀਰ ਰਾਂਝੇ ਦੇ ਕਿੱਸੇ ਗਾਉਣ ਵਾਲੇ? ਕਿਉਂ ਅੱਜ ਪੰਜਾਬ ਦੀ ਧਰਤੀ ਉੱਤੇ ਦਰਿੰਦੇ ਹੀ ਦਰਿੰਦੇ ਦਿਸਣ ਲੱਗ ਪਏ ਹਨ? ਜਿਹੜੇ ਵੀ ਮਾਪੇ ਆਪਣੀਆਂ ਬੇਟੀਆਂ ਨੂੰ ਪਰਾਇਆ ਧਨ ਸਮਝਦੇ ਹਨ, ਉਹ ਇਸ ਗੱਲ ਲਈ ਤਿਆਰ ਰਹਿਣ ਕਿ ਬੁਢੇਪੇ ਵਿੱਚ ਉਹਨਾਂ ਦਾ ਮੁੰਡਾ ਕਿਸੇ ਹੋਰ ਪਰਾਏ ਧਨ ਨਾਲ ਮਿਲ ਕੇ ਉਹਨਾਂ ਨੂੰ ਘਰੋਂ ਬਾਹਰ ਜ਼ਰੂਰ ਧੱਕ ਦੇਵੇਗਾ। ਸਾਰੇ ਸਿਆਸਤਦਾਨ ਕਿਉਂ ਨਹੀਂ ਇਹਨਾਂ ਕਾਤਲਾਂ ਉੱਤੇ ਸ਼ਿਕੰਜਾ ਕੱਸਦੇ? ਉਹ ਇਹ ਕਿਉਂ ਭੁੱਲ ਰਹੇ ਹਨ ਕਿ ਜੇ ਉਹਨਾਂ ਰਾਜ ਕਰਨਾ ਹੈ ਤਾਂ ਉਸ ਵਾਸਤੇ ਪੰਜਾਬ ਅਤੇ ਪੰਜਾਬੀਆਂ ਦਾ ਬਚਣਾ ਜ਼ਰੂਰੀ ਹੈ। ਸਾਰੇ ਸੂਝਵਾਨ ਲੇਖਕ ਕਿਉਂ ਨਹੀਂ ਪੰਜਾਬੀਆਂ ਦੀ ਜ਼ਮੀਰ ਹਲਾਉਣ ਦੇ ਕਿ ਉਹ ਕਾਤਲ ਕਿਉਂ ਬਣਦੇ ਜਾ ਰਹੇ ਹਨ? ਹਰ ਸਿਆਣੇ ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਅਜਿਹੇ ਕਤਲ ਦੀ ਖਬਰ ਮਿਲੇ ਉੱਥੇ ਅਜਿਹੀ ਆਵਾਜ਼ ਚੁੱਕੇ ਕਿ ਪੂਰਾ ਸਮਾਜ ਉਸ ਟੱਬਰ ਵੱਲ ਵਹੀਰਾਂ ਕੱਤੇ ਅਤੇ ਸਹੁੰ ਖਾਏ ਕਿ ਉਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਏਗਾ ਅਤੇ ਸਾਰੇ ਪਿੰਡ ਜਾਂ ਸ਼ਹਿਰ ਤੋਂ ਅਜਿਹੇ ਟੱਬਰ ਨੂੰ ਛੇਕ ਦਿੱਤਾ ਜਾਵੇਗਾ। ਅਸਲ ਵਿੱਚ ਕਾਤਲਾਨਾ ਸੋਚ ਵਾਲੇ ਟੱਬਰ ਹੀ ਪੰਜਾਬ ਅਤੇ ਪੰਜਾਬੀਅਤ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਹੇ ਹਨ। ਕਾਨੂੰਨ ਦੇ ਘਾੜਿਆਂ ਦੀ ਢਿੱਲ ਹੀ ਹੋਰ ਅਜਿਹੀ ਸੋਚ ਵਾਲਿਆਂ ਵਿੱਚ ਵਾਧਾ ਕਰੀ ਜਾ ਰਹੀ ਹੈ। ਜੇ ਕਿਸੇ ਇੱਕ ਵੀ ਅਜਿਹੀ ਸੋਚ ਵਾਲੇ ਟੱਬਰ ਨੂੰ ਜਲੀਲ ਹੋਣਾ ਪਵੇ ਜਾਂ ਸਖਤ ਸਜ਼ਾ ਮਿਲ ਜਾਏ ਤਾਂ ਹੋਰ ਲੋਕ ਅਜਿਹੀ ਸੋਚ ਤੋਂ ਡਰਨ ਲੱਗ ਪੈਣਗੇ। ਮਾਣਯੋਗ ਜੱਜ ਸਾਹਿਬਾਨ ਧਿਆਨ ਦੇਣ ਅਤੇ ਅਜਿਹੇ ਜੁਰਮ ਨੂੰ ਕਰਨ ਵਾਲੇ ਨੂੰ ਕਾਤਲ ਕਰਾਰ ਦੇਣ ਤਾਂ ਪੰਜਾਬ ਦਾ ਭਲਾ ਕਰਨਗੇ ਅਤੇ ਪੰਜਾਬੀਆਂ ਦੀਆਂ ਰੂਹਾਂ ਉਹਨਾਂ ਨੂੰ ਦੁਆਵਾਂ ਦੇਣਗੀਆਂ। ਹੁਣ ਹੰਬਲਾ ਮਾਰ ਕੇ ਉੱਠਣ ਦਾ ਵੇਲਾ ਹੈ। ਜੇ ਅਸੀਂ ਹਰ ਪਿੰਡ ਵਿੱਚ ਇੱਕ ਵੀ ਪੰਜਾਬ ਦੇ ਹਿੱਤ ਦਾ ਸੋਚਣ ਵਾਲਾ ਨੌਜਵਾਨ ਜਾਂ ਬੇਟੀ ਤਿਆਰ ਕਰ ਲਈਏ ਤਾਂ ਉਹ ਵੇਲਾ ਦੂਰ ਨਹੀਂ ਜਦੋਂ ਇਹ ਨਿੱਕੀ ਜਿਹੀ ਜੋਤ ਇੱਕ ਵੱਡੀ ਮਸ਼ਾਲ ਬਣ ਜਾਵੇਗੀ ਤੇ ਇਸ ਮੱਚਦੇ ਹੋਏ ਭਾਂਬੜ ਵਿੱਚ ਕੁੜੀਆਂ ਦੇ ਕਾਤਲ ਆਪੇ ਹੀ ਸੜ ਮਰਨਗੇ। ਜਦੋਂ ਅਸੀਂ ਪੁੱਤਰ ਮੋਹ ਤਿਆਗ ਕੇ ਆਪਣੇ ਬੱਚਿਆਂ ਨੂੰ ਭਾਵੇਂ ਉਹ ਕੁੜੀ ਹੈ ਜਾਂ ਮੁੰਡਾ ਬਰਾਬਰ ਸਮਝਣ ਲੱਗ ਪਵਾਂਗੇ ਤਾਂ ਪੰਜਾਬ ਉੱਤੇ ਰਹਿਮਤ ਦਾ ਮੀਂਹ ਵਸ ਪਵੇਗਾ। ਹੁਣ ਸਾਡੇ ਪੰਜਾਬ ਵਿੱਚ ਅੰਗਰੇਜ਼ੀ ਅਤੇ ਅੰਗਰੇਜ਼ਾਂ ਦੇ ਪਿੱਛ ਲੱਗਾਂ ਦਾ ਮੀਂਹ ਵਸਿਆ ਪਿਆ ਹੈ। ਅਸੀਂ ਉਹਨਾਂ ਦੀ ਹਰ ਮਾੜੀ ਚੀਜ਼ ਅਪਣਾਉਣ ਨੂੰ ਕਾਹਲੇ ਪਏ ਹੋਏ ਹਾਂ। ਉਹ ਭਾਵੇਂ ਜੰਮਦੇ ਬੱਚੇ ਨੂੰ ਅੰਗਰੇਜ਼ੀ ਸਿਖਾਉਣੀ ਹੋਵੇ ਜਾਂ ਉਹਨਾਂ ਦਾ ਪਹਿਰਾਵਾ ਤੇ ਜਾਂ ਬਜ਼ੁਰਗ ਮਾਪਿਆਂ ਨੂੰ ਸੜਕ ਤੇ ਲਿਆ ਸੁੱਟਣਾ ਹੋਵੇ। ਉਹਨਾਂ ਦੀਆਂ ਚੰਗੀਆਂ ਆਦਤਾਂ ਜਿਨ੍ਹਾਂ ਕਰਕੇ ਉਹ ਦੁਨੀਆ ਦੇ ਮੋਹਰੀ ਬਣੇ ਹੋਏ ਹਨ, ਅਸੀਂ ਨਹੀਂ ਅਪਣਾ ਰਹੇ। ਅੰਗਰੇਜ਼ਾਂ ਵਿੱਚ ਕੁੜੀ ਮਾਰ ਨਹੀਂ ਹੁੰਦੇ। ਉਹ ਆਪਣੇ ਬੱਚਿਆਂ ਦਾ ਭਾਰ ਸਾਰੀ ਉਮਰ ਨਹੀਂ ਝੱਲਦੇ। ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ, ਉਹਨਾਂ ਨੂੰ ਬਰਾਬਰੀ ਦਾ ਦਰਜਾ ਦਿੰਦੇ ਹੋਏ ਉਹ ਸ਼ੁਰੂ ਦੇ ਸਾਲਾਂ ਵਿੱਚ ਪੜ੍ਹਾਉਣ ਤੋਂ ਬਾਅਦ ਆਪੇ ਕਮਾਈ ਕਰਕੇ ਪੜ੍ਹਨ ਭੇਜਣ ਦਿੰਦੇ ਹਨ ਤਾਂ ਜੋ ਉਹ ਜ਼ਿੰਦਗੀ ਦੇ ਥਪੇੜੇ ਝੱਲ ਕੇ ਆਪ ਅਗਾਂਹ ਵਧਣਾ ਸਿੱਖਣ। ਵਕਤ ਦੀ ਪਾਬੰਦੀ ਹੀ ਉਹਨਾਂ ਨੂੰ ਅਗਾਂਹ ਵਧੂ ਬਣਾਉਣ ਵਿੱਚ ਸਹਾਈ ਹੁੰਦੀ ਹੈ। ਅਸੀਂ ਵੀ ਆਪਣੇ ਹਰ ਨੌਜਵਾਨ ਨੂੰ ਵਿਹਲੇ ਬਹਿ ਕੇ ਨਸ਼ੇ ਵਿੱਚ ਡੁੱਬ ਕੇ ਵਕਤ ਲੰਘਾਉਣ ਨਾਲੋਂ ਆਪਣੀ ਫੌਜ ਤਿਆਰ ਕਰਨ ਲਈ ਕਹੀਏ ਤਾਂ ਜੋ ਇਹਨਾਂ ਕਾਤਲਾਂ ਦੀ ਭਾਲ ਵਿੱਚ ਲੱਗ ਜਾਣ ਅਤੇ ਆਪਣੇ ਪੰਜਾਬ ਅਤੇ ਵਤਨ ਲਈ ਕੁਝ ਕਰ ਸਕਣ ਦੀ ਤਮੰਨਾ ਆਪਣੇ ਦਿਲ ਅੰਦਰ ਜਗਾ ਲੈਣ ਤਾਂ ਪੰਜਾਬ ਆਪਣੇ ਆਪ ਹੀ ਤਰੱਕੀ ਦੀ ਰਾਹ ਵੱਲ ਦੁੜੰਗੇ ਮਾਰਦਾ ਭੱਜਿਆ ਜਾਏਗਾ। ਜਦੋਂ ਤੱਕ ਅਸੀਂ ਅੰਗਰੇਜ਼ਾਂ ਦੀ ਕੰਮ ਪ੍ਰਤੀ ਲੱਗਣ ਵਾਲਾ ਰਾਹ ਨਹੀਂ ਅਪਣਾਵਾਂਗੇ, ਤਰੱਕੀ ਸਾਡੇ ਤੋਂ ਕੁਝ ਪਰਾਂ ਹੀ ਰਹੇਗੀ। ਹੁਣ ਸਾਰੀ ਸਿੱਖ ਕੌਮ ਨੂੰ ਹਲੂਣਾ ਦੇ ਕੇ ਜਗਾਉਣ ਦਾ ਵਕਤ ਆ ਗਿਆ ਹੈ, ਜਿਨ੍ਹਾਂ ਦਾ ਅੰਤ ਔਰਤਾਂ ਦੀ ਜਿਨਸ ਨੂੰ ਖਤਮ ਕਰਨ ਨਾਲ ਦਿਸਣਾ ਸ਼ੁਰੂ ਹੋ ਚੱਲਿਆ ਹੈ। ਜੋ ਕੋਈ ਵੀ ਮੇਰੇ ਇਸ ਬਿਆਨ ਤੋਂ ਇਨਕਾਰੀ ਹੈ ਤਾਂ ਉਹ ਆਪਣੇ ਅੱਖੀਂ ਪਾਰਸੀ ਖਤਮ ਹੁੰਦੇ ਵੇਖ ਸਕਦਾ ਹੈ, ਜਿਨ੍ਹਾਂ ਨੇ ਆਪਣੀਆਂ ਕੁੜੀਆਂ ਮਾਰ ਕੇ ਆਪਣੀ ਹੀ ਕੌਮ ਦੀਆਂ ਜੜ੍ਹਾਂ ਪੁੱਟ ਸੁੱਟੀਆਂ ਹਨ। ਇਸੇ ਹੀ ਤਰ੍ਹਾਂ ਪੰਜਾਬੀ ਵੀ ਗਿਣਤੀ ਦੇ ਹੀ ਰਹਿ ਜਾਣਗੇ ਜੇ ਸਭ ਨੇ ਰਲ ਕੇ ਇਸ ਕੁਰੀਤੀ ਨੂੰ ਖਤਮ ਕਰਨ ਲਈ ਹੰਬਲਾ ਨਾ ਮਾਰਿਆ। ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਉਹ ਇਨਸਾਨ ਦੀ ਜਾਨ ਬਚਾਉਂਦੇ ਹਨ। ਜੇ ਡਾਕਟਰ ਹੀ ਅਣਜੰਮੀਆਂ ਬੱਚੀਆਂ ਨੂੰ ਕਤਲ ਕਰੀ ਜਾਣਗੇ ਤਾਂ ਇਹ ਪੇਸ਼ਾ ਵੀ ਬਦਨਾਮ ਹੋ ਜਾਵੇਗਾ ਤੇ ਲੋਕ ਡਾਕਟਰਾਂ ਨੂੰ ਕਾਤਲ ਹੀ ਸਮਝਣ ਲੱਗ ਪੈਣਗੇ।
ਇਸੇ ਲਈ ਹਰ ਡਾਕਟਰ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਕਤਲੇਆਮ ਤੋਂ ਤੌਬਾ ਕਰ ਲੈਣੀ ਚਾਹੀਦੀ ਹੈ। ਮੇਰੀ ਗੁਜ਼ਾਰਿਸ਼ ਹੈ ਹਰ ਪੰਜਾਬੀ ਨੂੰ ਕਿ ਉਹ ਆਪਣੇ ਤਨ ਅਤੇ ਮਨ ਨਾਲ ਇਸ ਕਤਲੇਆਮ ਵਿਰੁੱਧ ਆਵਾਜ਼ ਚੁੱਕੇ ਅਤੇ ਅਸੀਂ ਆਪਣੇ ਪੰਜਾਬ ਨੂੰ ਤਰੱਕੀ ਵੱਲ ਵੱਧਦੇ ਵੇਖੀਏ। ਰੱਬ ਕਰੇ ਸਾਡੀ ਧਰਤੀ ਉੱਤੇ ਹੋਰ ਗੁਰੂ ਨਾਨਕ ਪੈਦਾ ਹੋਣ, ਹੋਰ ਪੀਰ ਪੈਗੰਬਰ ਸਾਡੇ ਪੰਜਾਬ ਦੀ ਧਰਤੀ ਨੂੰ ਪਵਿੱਤਰ ਕਰਨ ਅਤੇ ਸ਼ਹੀਦ ਭਗਤ ਸਿੰਘ ਵਰਗੇ ਸ਼ੇਰਾਂ ਨੂੰ ਪੈਦਾ ਕਰਨ ਵਾਲੀਆਂ ਕੁੱਖਾਂ ਇਸ ਧਰਤੀ ਉੱਤੇ ਆਬਾਦ ਰਹਿਣ। ਇਹ ਸਭ ਤਾਂ ਹੀ ਹੋਵੇਗਾ ਜੇ ਅਸੀਂ ਆਪਣੀਆਂ ਧੀਆਂ ਉੱਤੇ ਨਾਜ਼ ਕਰਾਂਗੇ ਤੇ ਉਹਨਾਂ ਨੂੰ ਵੀ ਖੁੱਲ੍ਹੇ ਅਸਮਾਨ ਹੇਠਾਂ ਸਾਹ ਲੈਣ ਦੇਵਾਂਗੇ, ਤਾਂ ਹੀ ਕੱਲ੍ਹ ਨੂੰ ਰੱਖੜੀ ਬਣਾਉਣ ਵਾਲੇ ਹੱਥ ਸੁੰਨੇ ਨਹੀਂ ਰਹਿਣਗੇ। ਵੈਸੇ ਵੀ 1.5 ਲੱਖ ਲੀਟਰ ਲਹੂ ਇਹਨਾਂ ਅਣਜੰਮੀਆਂ ਬੱਚੀਆਂ ਦੇ ਕਤਲ ਨਾਲ ਵਹਿ ਚੁੱਕਾ ਹੈ। ਜੇ ਹੁਣ ਪਰਮਾਤਮਾ ਨੇ ਇਹ ਬਲੀ ਸਵੀਕਾਰ ਕਰ ਲਈ ਹੋਵੇ ਤਾਂ ਸ਼ਾਇਦ ਹੋਰ ਅਣਜੰਮੀਆਂ ਕੁੜੀਆਂ ਦੀ ਪੁਕਾਰ ਸੁਣਨ ਲਈ ਕੋਈ ਅਵਤਾਰ ਇਸ ਧਰਤੀ ਉੱਤੇ ਜਨਮ ਧਾਰ ਲਵੇ। ਚਿੱਠੀਆਂ ਲਿਖਣ ਵਾਲੀਆਂ ਬੱਚੀਆਂ ਲਈ ਤਾਂ ਮੇਰੀ ਇਹੀ ਸਲਾਹ ਹੈ, ਤੁਹਾਨੂੰ ਜਾਪਦਾ ਹੈ ਤੁਹਾਡੀ ਅਹਿਮੀਅਤ ਨਹੀਂ ਹੈ ਕੱਖ ਦੀ, ਜਿਸ ਨੂੰ ਨਹੀਂ ਤੁਸੀਂ ਹਾਸਲ ਉਸ ਨੂੰ ਪੁੱਛੋ ਤੁਹਾਡੀ ਅਹਿਮਤ ਕੱਖ ਦੀ ਹੈ ਜਾਂ ਲੱਖ ਦੀ। ਹਵਾਲਾ ਪੁਸਤਕ ਭਰੂਣ ਹੱਤਿਆ ਇੱਕ ਸਰਾਪ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ।